ਕੋਵਿਡ-19 ਦੇ ਪੈ ਰਹੇ ਵੈਸ਼ਵਿਕ ਪ੍ਰਭਾਵਾਂ ਤੋਂ ਕੋਈ ਬਿਜ਼ਨਸ, ਕੋਈ ਅਰਥਚਾਰਾ ਫਿਲਹਾਲ ਬਚ ਨਹੀਂ ਸਕਿਆ ਹੈ। ਕੈਨੇਡਾ ਦੇ ਅਰਥਚਾਰੇ ਤੇ ਕੈਨੇਡਾ ਦੇ ਕਾਰੋਬਾਰਾਂ 'ਤੇ ਕੋਵਿਡ-19 ਦਾ ਬਹੁਤ ਵੱਡਾ ਪ੍ਰਭਾਵ ਪਿਆ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਇਮੀਗ੍ਰੇਸ਼ਨ ਵੀ ਕੈਨੇਡਾ ਦੇ ਅਰਥਚਾਰੇ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਲੇ ਕਰਦੀ ਹੈ ਔਰ ਇਮੀਗ੍ਰੇਸ਼ਨ ਵੀ ਕੋਵਿਡ-19 ਦੇ ਪ੍ਰਭਾਵ ਤੋਂ ਅਛੂਤੀ ਨਹੀਂ ਰਹੀ। ਸੋ ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ 'ਤੇ ਪਏ ਕੋਵਿਡ-19 ਦੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ। ਨਾਲ ਹੀ ਜੋ ਲੋਕ ਕੈਨੇਡਾ ਵਿੱਚ ਇਮੀਗ੍ਰੇਟ ਹੋ ਕੇ ਆਉਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੀ ਇਮੀਗ੍ਰੇਸ਼ਨ ਹੋ ਚੁੱਕੀ ਹੈ ਪਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਸਟਕ ਨੇ, ਜਾਂ ਕੈਨੇਡਾ ਦੇ ਵਿੱਚ ਬੈਠੇ ਹੋਏ ਕੁਝ ਲੋਕ ਜਿਨ੍ਹਾਂ ਦੀ ਇਮੀਗ੍ਰੇਸ਼ਨ ਹੋਣ ਵਾਲੀ ਹੈ, PR ਹੋਣ ਵਾਲੀ ਹੈ ਜਾਂ ਸਿਟੀਜ਼ਨ ਬਣਨ ਵਾਲੇ ਨੇ, ਉਹਨਾਂ ਨਾਲ ਸੰਬੰਧਿਤ ਜੋ ਵੀ ਅੱਜ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਅੱਜ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਜੀ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਤੋਂ ਮਨਿੰਦਰ ਢਿੱਲੋਂ ਜੀ। ਆਓ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਢਿੱਲੋਂ ਸਾਹਿਬ, ਰੈਡ FM ਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਗੁਰੂ ਸਾਹਿਬ, ਪਹਿਲਾਂ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਮੈਨੂੰ ਮੌਕਾ ਦਿੱਤਾ। ਢਿੱਲੋਂ ਸਾਹਿਬ, ਕੋਵਿਡ-19 ਨੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਹਰ ਤਰ੍ਹਾਂ ਦਾ ਪ੍ਰਭਾਵ ਹਰ ਤਰ੍ਹਾਂ ਦੇ ਸਿਸਟਮ 'ਤੇ ਪਾਇਆ। ਇਮੀਗ੍ਰੇਸ਼ਨ ਵੀ ਜਿਵੇਂ ਕਿ ਛੂਤੀ ਨਹੀਂ ਹੈ, ਅਤੇ ਕੈਨੇਡੀਅਨ ਇਮੀਗ੍ਰੇਸ਼ਨ 'ਤੇ ਕਿਹੋ ਜਿਹੇ ਪ੍ਰਭਾਵ ਪਏ ਨੇ? ਸੋ ਕੋਵਿਡ-19 ਨਾਲ ਓਬਵੀਅਸਲੀ ਹਰ ਇੱਕ ਫੈਕਟਰ 'ਤੇ ਹਰ ਇੱਕ ਜਗ੍ਹਾ ਇੰਪੈਕਟ ਪਿਆ ਹੈਗਾ। ਸੋ ਕੈਨੇਡੀਅਨ ਇਮੀਗ੍ਰੇਸ਼ਨ ਵੀ ਜਿਹੜੀ ਹੈਗੀ ਉਹ ਵੀ ਇਹ ਤੋਂ ਵਾਂਝੀ ਨਹੀਂ ਰਹੀ ਇਸ ਇੰਪੈਕਟ ਤੋਂ। ਤਕਰੀਬਨ ਹਰ ਇੱਕ ਪ੍ਰੋਸੈਸ ਦੇ ਵਿੱਚ ਇਮੀਗ੍ਰੇਸ਼ਨ ਕਹਿ ਲਓ, PR ਦੀ ਜਾਂ ਐਜ਼ ਅ ਸਟੂਡੈਂਟ ਜਾਂ ਵਰਕਰ ਜਾਂ ਜਿਹੜੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਦਾ ਹੈਗਾ, ਹਰ ਇੱਕ ਜਗ੍ਹਾ ਇਹਦਾ ਇੰਪੈਕਟ ਪਿਆ ਹੈਗਾ। ਸੋ ਕਿਤੇ ਵੱਧ ਹੈਗਾ, ਕਿਸੇ ਘੱਟ ਹੈਗਾ, ਪਰ ਓਵਰਆਲ ਕਾਫੀ ਜ਼ਿਆਦਾ ਇੰਪੈਕਟ ਪਿਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰ ਖੇਤਰ ਦੇ ਵਿੱਚ ਇਹਦਾ ਇੰਪੈਕਟ ਪਿਆ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਟੈਂਪਰੇਰੀ ਫੋਰਨ ਵਰਕਰਸ ਤੋਂ। ਟੈਂਪਰੇਰੀ ਫੋਰਨ ਵਰਕਰਸ ਨਾਲ ਸੰਬੰਧਿਤ ਜਿਹੜੀ ਪ੍ਰੋਸੈਸ ਹੈ ਉਹਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ ਹੈ? ਫੋਰਨ ਵਰਕਰਸ 'ਤੇ ਇੰਪੈਕਟ ਜਿਹੜਾ ਹੈਗਾ, ਪਹਿਲਾਂ ਇੱਕ ਤਾਂ ਟਰੈਵਲ ਰਿਸਟ੍ਰਿਕਸ਼ਨਸ ਥੋੜ੍ਹੀ ਦੇਰ ਲਈ ਪਲੇਸ ਹੋਈਆਂ ਸੀਗੀਆਂ, ਪਰ ਉਹਦੇ ਵਿੱਚ ਗਵਰਨਮੈਂਟ ਨੇ ਹੁਣ ਐਗਜ਼ੈਂਪਸ਼ਨ ਦੇ ਦਿੱਤੀ ਹੋਈ ਹੈ। ਸੋ ਜਿਹੜੇ ਵੀ ਫੋਰਨ ਵਰਕਰਸ ਨੇ, ਜੇ ਕੋਈ ਇੱਥੇ ਐਸੈਂਸ਼ੀਅਲ ਸਰਵਿਸਿਜ਼ ਦੇ ਰਿਹਾ ਹੈਗਾ ਕੈਨੇਡਾ ਦੇ ਵਿੱਚ ਅਤੇ ਜਿਹਦਾ ਅਪਰੂਵ ਹੋਇਆ ਵਰਕ ਪਰਮਿਟ, ਉਹ ਸਾਰੇ ਜਿਹੜੇ ਹੈਗੇ ਹੁਣ ਉਹ ਟਰੈਵਲ ਕਰ ਸਕਦੇ ਨੇ। ਪਰ ਇਹਦੇ 'ਚ ਮੇਨ ਇੰਪੈਕਟ ਉਹੀ ਹੈਗਾ ਕਿ ਆ ਕੇ ਉਹਨਾਂ ਨੂੰ ਜੋ ਵੀ ਹੈਲਥ ਕੈਨੇਡਾ ਦੇ ਰੈਗੂਲੇਸ਼ਨਸ ਨੇ 14 ਦਿਨਾਂ ਲਈ ਕੁਆਰੰਟੀਨ ਕਰਨਾ ਜਾਂ ਆਈਸੋਲੇਸ਼ਨ ਜਿਹੜਾ ਹੈਗਾ ਉਹ ਉਹਨਾਂ ਨੂੰ ਕਰਨਾ ਪਏਗਾ। ਪਰ ਓਵਰਆਲ ਜਿਹੜੀ ਪ੍ਰੋਸੈਸਿੰਗ ਹੈਗੀ ਆ ਉਹ ਚੱਲ ਰਹੀ ਹੈਗੀ ਹੈ ਵਰਕ ਪਰਮਿਟਸ ਦੀ। ਪਰ ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਉਹਦੇ ਵਾਸਤੇ, ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਜਿੱਦਾਂ ਫੈਡਰਲ ਗਵਰਨਮੈਂਟ ਨੇ ਬਰੋਡਲੀ 10 ਅਲੱਗ ਇੰਡਸਟਰੀਜ਼ ਜਿਹੜੀਆਂ ਰੱਖੀਆਂ ਹੋਈਆਂ ਨੇ। ਉਹਦੇ 'ਚ ਫੂਡ ਹੈਗਾ, ਟਰੱਕਿੰਗ ਹੈਗੀ ਹੈ, ਹੈਲਥ ਹੈਗੀ ਹੈ। ਸੋ ਇਸ ਤਰ੍ਹਾਂ ਅਲੱਗ-ਅਲੱਗ ਇੰਡਸਟਰੀਜ਼ ਹੈਗੀਆਂ ਨੇ ਜਿਹੜੀ ਅਸੈਂਸ਼ੀਅਲ ਸਰਵਿਸਿਜ਼ ਹੈਗੀਆਂ ਨੇ। ਪਲੱਸ ਪ੍ਰੋਵਿੰਸ਼ੀਅਲੀ ਵੀ ਹਰ ਇੱਕ ਗਵਰਨਮੈਂਟ ਨੇ ਆਪਣੀ, ਜਿੱਦਾਂ ਅਲਬਰਟਾ ਨੇ ਵੀ ਆਪਣੇ ਅਲੱਗ-ਅਲੱਗ ਸੈਕਟਰਸ ਰੱਖੇ ਆ ਜਿਹੜੇ ਅਸੈਂਸ਼ੀਅਲ ਸਰਵਿਸਿਜ਼ ਚਾਹੁੰਦੇ ਹੈਗੇ ਆ। ਸੋ ਉਹਨਾਂ ਵਿੱਚ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਪ੍ਰਾਇਓਰਿਟੀ 'ਤੇ ਹੈਗੀ ਹੈ, ਬਾਕੀਆਂ ਦੇ ਵਿੱਚ ਥੋੜ੍ਹਾ ਸਲੋ ਹੋਏਗਾ। ਅਗਲੀ ਗੱਲ ਕਰਦੇ ਹਾਂ ਜੀ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ। ਇੰਟਰਨੈਸ਼ਨਲ ਸਟੂਡੈਂਟਸ ਕੁਝ ਕੈਨੇਡਾ ਦੇ ਵਿੱਚ ਵੀ ਨੇ, ਕੁਝ ਕੈਨੇਡਾ 'ਚ ਆਉਣ ਵਾਲੇ ਵੀ ਸੀ, ਕਿਉਂਕਿ ਤੁਹਾਨੂੰ ਪਤਾ ਸੀ ਕਿ ਨਵਾਂ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋਣ ਵਾਲਾ ਸੀ। ਸੋ ਹੁਣ ਸਾਨੂੰ ਥੋੜ੍ਹਾ ਜਿਹਾ ਇਹ ਦੱਸੋ ਕਿ ਜੋ ਇੱਥੇ ਨੇ ਉਹਨਾਂ ਦੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਾਮਲੇ ਜਿਹੜੇ ਆ ਉਹ ਕੀ ਉਹਨਾਂ ਦੇ ਵਿੱਚ ਕੋਈ ਹੌਲਟ ਆਏਗਾ, ਕਿਸੇ ਤਰ੍ਹਾਂ ਦੀ ਉਹਦੇ ਵਿੱਚ ਰੁਕਾਵਟ ਆਏਗੀ? ਅਤੇ ਜਿਹੜੇ ਬਾਹਰ ਬੈਠੇ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆਉਣਾ ਸੀ, ਉਹਨਾਂ ਦੀ ਸਟੱਡੀ ਹੁਣ ਕਿਵੇਂ ਚੱਲੇਗੀ ਅਤੇ ਉਹ ਕੈਨੇਡਾ ਕਿੱਦਾਂ ਆ ਸਕਣਗੇ? ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕਾਫੀ ਵੱਡਾ ਇਹਦਾ ਇੰਪੈਕਟ ਹੈਗਾ। ਜਿੱਦਾਂ ਤੁਸੀਂ ਜੋ ਕੁਐਸਚਨ ਪੁੱਛੇ ਨੇ ਉਹਦੇ 'ਚ ਹੈਗਾ ਵੀ ਜਿੱਦਾਂ ਹੁਣ ਮਈ ਸੈਸ਼ਨ ਦੇ ਵਿੱਚ ਬੱਚਿਆਂ ਨੇ ਆਉਣਾ ਸੀਗਾ, ਜਿਨ੍ਹਾਂ ਦੇ ਮਾਰਚ 18 ਤੋਂ ਪਹਿਲਾਂ ਜਿਹੜੇ ਸਟੱਡੀ ਪਰਮਿਟ ਅਪਰੂਵਡ ਹੈਗੇ ਨੇ, ਉਹਨਾਂ ਨੂੰ ਗਵਰਨਮੈਂਟ ਨੇ ਐਗਜ਼ੈਂਪਸ਼ਨ ਦਿੱਤੀ ਹੈਗੀ ਹੈ ਟਰੈਵਲ ਦੀ। ਸੋ ਉਹ ਟਰੈਵਲ ਕਰ ਸਕਦੇ ਨੇ, ਉਹ ਆ ਸਕਦੇ ਨੇ। ਅਗੇਨ ਹਰ ਇੱਕ ਇੰਡੀਵਿਜੂਅਲੀ ਹਰ ਇੱਕ ਕੰਟਰੀ ਦਾ ਆਪਣਾ ਰਿਸਟ੍ਰਿਕਸ਼ਨਸ ਹੈਗੀਆਂ ਨੇ, ਸੋ ਉਹਨਾਂ ਨੂੰ ਫੋਲੋ ਕਰਨਾ ਪਏਗਾ। ਪਰ ਗਵਰਨਮੈਂਟ ਆਫ ਕੈਨੇਡਾ ਵੱਲੋਂ ਉਹਨਾਂ ਸਟੂਡੈਂਟਸ ਨੂੰ ਐਗਜ਼ੈਂਪਸ਼ਨ ਹੈਗੀ ਹੈ, ਦੇ ਕੈਨ ਕਮ ਟੂ ਕੈਨੇਡਾ। ਓਬਵੀਅਸਲੀ ਆ ਕੇ ਫਿਰ ਉਹ ਆਪਣੇ ਜੋ ਗਾਈਡਲਾਈਨਸ ਆ ਉਹ ਫੋਲੋ ਕਰਨਗੇ। ਅਤੇ ਇਹਦੇ 'ਚ ਵੱਡਾ ਜਿਹੜਾ ਫੈਕਟਰ ਹੈਗਾ ਜੀ, ਜੇ ਕੋਈ ਟਰੈਵਲ ਨਹੀਂ ਕਰ ਸਕਦਾ, ਕਾਲਜਸ ਜਿਹੜੇ ਨੇ ਉਹ ਕਾਫੀ ਇਹਦੇ ਵਿੱਚ ਥੋੜ੍ਹਾ ਜਿਹੀ ਫਲੈਕਸੀਬਿਲਿਟੀ ਦਿਖਾ ਰਹੇ ਨੇ ਕਿ ਤੁਹਾਨੂੰ ਔਨਲਾਈਨ ਕੋਰਸ ਕਰਨ ਦੀ ਆਪਸ਼ਨ ਵੀ ਦੇ ਰਹੇ ਨੇ। ਸੋ ਅਪ ਟੂ 50% ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ ਤੁਸੀਂ ਉਹ ਔਨਲਾਈਨ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁੰਦਾ, ਜਿਹੜਾ ਸਟੱਡੀ ਤੋਂ ਬਾਅਦ ਮਿਲਦਾ, ਉਹਦੇ ਵਿੱਚ ਇਹ ਟਾਈਮ ਪੀਰੀਅਡ ਜਿਹੜਾ ਤੁਹਾਡਾ ਔਨਲਾਈਨ ਦਾ ਹੈਗਾ ਉਹ ਕਾਊਂਟ ਹੋਏਗਾ। ਨੋਰਮਲੀ ਤੁਹਾਡਾ ਔਨਲਾਈਨ ਜਿਹੜਾ ਉਹ ਕਾਊਂਟ ਨਹੀਂ ਹੁੰਦਾ। ਸੋ ਇਹ ਕਾਫੀ ਵੱਡੀ ਰਾਹਤ ਹੈਗੀ ਸਟੂਡੈਂਟਸ ਵਾਸਤੇ। ਪਰ ਓਬਵੀਅਸਲੀ ਹੁਣ ਐਪਲੀਕੇਸ਼ਨ ਜਿਹੜੀਆਂ ਨੇ ਉਹ ਹੁਣ ਨਵੀਆਂ ਜਿਹੜੀਆਂ ਨੇ ਉਹ ਕਾਫੀ ਸਲੋ ਨੇ।
ਸੋ ਇਹਦਾ ਕਾਫੀ ਵੱਡਾ ਇੰਪੈਕਟ ਸਟੂਡੈਂਟਸ ਤੇ ਪਏਗਾ ਨਵੀਂ ਐਪਲੀਕੇਸ਼ਨ ਦੇ ਵਿੱਚ। ਤੇ ਢਿੱਲੋਂ ਸਾਹਿਬ ਹੁਣ ਗੱਲ ਵਿਜ਼ਟਰ ਵੀਜ਼ੇ ਦੀ ਕਰਦੇ ਹਾਂ। ਕੈਨੇਡਾ ਦੇ ਵਿੱਚ ਬਹੁਤ ਸਾਰੇ ਵਿਜ਼ਿਟਰਸ ਆਏ ਹੋਏ ਨੇ ਜਿਹੜੇ ਕਿ ਹੁਣ ਕਿਉਂਕਿ ਟਰੈਵਲ ਜਿਹੜੀ ਆ ਉਹ ਅਲਾਊਡ ਨਹੀਂ ਹੈ, ਟਰੈਵਲ ਬੈਨ ਹੈ, ਜਹਾਜ਼ ਆ ਜਾ ਨਹੀਂ ਰਹੇ ਔਰ ਉਹ ਇੱਥੇ ਹੀ ਸਟਕ ਹੋ ਗਏ ਨੇ ਹੁਣ। ਤੇ ਕਈਆਂ ਦੇ ਤਾਂ ਵੀਜ਼ਾਸ ਜਿਹੜੇ ਨੇ ਉਹ ਵੀ ਖਤਮ ਹੋਣ ਦੀ ਕਗਾਰ 'ਤੇ ਨੇ, ਜਾਂ ਇੱਥੋਂ ਤੱਕ ਵੀ ਕੁਝ ਕੇਸਿਸ ਇੱਕ ਦੋ ਆਏ ਨੇ ਜਿਨ੍ਹਾਂ ਦੇ ਵੀਜ਼ਿਆਂ ਦੀ ਡੇਟ ਜਿਹੜੀ ਉਹ ਖਤਮ ਹੋ ਗਈ ਹੈ। ਸੋ ਉਹਨਾਂ ਦੇ ਲਈ ਹੁਣ ਕੀ ਵੇ ਆਊਟ ਹੈ? ਕਾਫੀ ਜ਼ਿਆਦਾ ਇਹ ਪ੍ਰੋਬਲਮ ਆ ਰਹੀ ਹੈਗੀ ਹੈ। ਸੋ ਜਿਹੜੇ ਵੀ ਇੱਥੇ ਵਿਜ਼ਟਰਸ ਆਏ ਹੋਏ ਨੇ, ਨਾਰਮਲੀ 6 ਮੰਥ ਦੀ ਸਟੇ ਹੁੰਦੀ ਹੈ, ਜਾਂ ਸੁਪਰ ਵੀਜ਼ੇ 'ਤੇ ਆਏ ਹੋਏ ਨੇ ਉਹਨਾਂ ਦੀ 2 ਸਾਲ ਦੀ ਸਟੇ ਹੁੰਦੀ ਹੈ। ਸੋ ਕਾਫੀਆਂ ਦੀ ਸਟੇ ਜਿਹੜੀ ਹੁਣ ਖਤਮ ਹੋ ਰਹੀ ਸੀ ਪਰ ਉਹ ਟਰੈਵਲ ਨਹੀਂ ਕਰ ਸਕਦੇ। ਸੋ ਉਹਨਾਂ ਕੋਲ ਆਪਸ਼ਨ ਹੈਗੀ ਹੈ ਜੀ, ਦੇ ਕੈਨ ਅਪਲਾਈ ਫॉर ਐਨ ਐਕਸਟੈਂਸ਼ਨ। ਸੋ ਆਪਾਂ ਵਿਜ਼ਟਰ ਦੀ ਐਕਸਟੈਂਸ਼ਨ ਅਪਲਾਈ ਕਰ ਸਕਦੇ ਹਾਂ। ਜੇ ਕੋਈ ਸੁਪਰ ਵੀਜ਼ੇ 'ਤੇ ਹੈਗਾ ਤਾਂ ਅਸੀਂ ਸੁਪਰ ਵੀਜ਼ੇ ਦੀ ਐਕਸਟੈਂਸ਼ਨ ਵੀ ਅਪਲਾਈ ਕਰ ਸਕਦੇ। ਜੇ ਕਿਸੇ ਦਾ ਸਟੇਟਸ ਖਤਮ ਹੋ ਗਿਆ ਹੈ ਤਾਂ ਉਹਦੇ ਵਿੱਚ ਵੀ ਸਾਡੇ ਕੋਲ ਆਪਸ਼ਨ ਹੁੰਦੀ ਹੈ ਜਿਸ ਨੂੰ ਰੈਸਟੋਰੇਸ਼ਨ ਕਹਿੰਦੇ ਆ। ਸੋ 90 ਡੇਜ਼ ਦਾ ਟਾਈਮ ਲਾਈਨ ਹੁੰਦਾ ਸਾਡੇ ਕੋਲ। ਜੇ ਤੁਹਾਡਾ ਸਟੇਟਸ ਐਕਸਪਾਇਰ ਵਿਦਿਨ 90 ਡੇਜ਼ ਤੁਸੀਂ ਉਹਨੂੰ ਰਿਸਟੋਰ ਕਰ ਸਕਦੇ ਹੋ। ਸੋ ਉਹਨਾਂ ਲਈ ਕੋਈ ਇੰਨੀ ਕੋਈ ਪ੍ਰੋਬਲਮ ਦੀ ਗੱਲ ਨਹੀਂ ਹੈਗੀ। ਸੋ ਲੀਗਲੀ ਅਸੀਂ ਗਵਰਨਮੈਂਟ ਆਫ ਕੈਨੇਡਾ ਨੂੰ ਰਿਕੁਐਸਟ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਐਕਸਟੈਂਸ਼ਨ ਮਿਲ ਸਕਦੀ ਹੈ। ਜੀ ਢਿੱਲੋਂ ਸਾਹਿਬ, ਤੇ ਹੁਣ ਗੱਲ ਆਪਾਂ ਕਰਦੇ ਹਾਂ PRs ਦੀ। PR ਉਹ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਅਪਰੂਵਡ ਹੋ ਗਈਆਂ, ਭਾਵੇਂ ਉਹ ਕੈਨੇਡਾ 'ਚ ਬੈਠੇ ਹੋਣ ਅਤੇ ਭਾਵੇਂ ਉਹ ਬਾਹਰ ਬੈਠੇ ਆ ਜਿਨ੍ਹਾਂ ਨੂੰ COPR ਮਿਲ ਗਏ ਸੀਗੇ। ਇਹਦੇ ਵਿੱਚ ਜੋ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਉਹ ਇਹ ਹੈ ਜੀ ਕਿ ਹੁਣ ਕੀ PR ਕਈ ਵਾਰੀ ਕੰਟਰੀ ਆਊਟ ਕਰਨਾ ਪੈਂਦਾ ਜੇਕਰ ਕੈਨੇਡਾ ਦੇ ਵਿੱਚ ਹੋਣ, ਤਾਂ ਕੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹ ਕੰਟਰੀ ਆਊਟ ਕਰ ਸਕਦੇ ਹੋ? ਪਹਿਲੀ ਗੱਲ। ਦੂਸਰੀ ਗੱਲ, ਜੇਕਰ ਕੋਈ ਅਬਰੋਡ ਬੈਠਾ ਹੈ, COPR ਉਹਨਾਂ ਨੂੰ ਚਲਾ ਗਿਆ ਸੀਗਾ ਲਗਭਗ ਸਾਲ ਪਹਿਲਾਂ, ਹੁਣ ਉਹਦੀ ਕਿਉਂਕਿ 1 ਸਾਲ ਦੀ ਵੈਲਿਡਿਟੀ ਹੁੰਦੀ ਹੈ, ਜੇ ਉਹ ਸਾਲ ਦੀ ਵੈਲਿਡਿਟੀ ਵੀ ਐਕਸਪਾਇਰ ਹੋਣ ਵਾਲੀ ਹੋ ਗਈ, ਜਾਂ ਕਹਿ ਲਈਏ ਕਿ ਹੁਣ ਉਹਨਾਂ ਦਾ ਪਲਾਨ ਸੀ ਆਉਣ ਦਾ ਅਤੇ ਅਖੀਰਲੇ ਮੌਕੇ ਉਹ ਵੀ ਸਟਕ ਹੋ ਗਏ, ਇਹਨਾਂ ਦੋਵਾਂ ਕੇਸਿਸ ਵਿੱਚ ਹੁਣ ਅਸੀਂ ਕੀ ਕਰ ਸਕਦੇ ਹਾਂ? ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਕਾਫੀ ਜ਼ਿਆਦਾ ਆਪਣੇ ਕਲਾਇੰਟਸ ਹੈਗੇ ਨੇ ਜਿਹੜੇ ਇਸ ਸਿਚੁਏਸ਼ਨ ਦੇ ਵਿੱਚ ਹੁਣ ਹੈਗੇ ਨੇ। ਸੋ ਜਿਨ੍ਹਾਂ ਦੀ ਵੀ ਮਾਰਚ 18 ਤੋਂ ਪਹਿਲਾਂ ਦੀ ਕਿਸੇ ਦੀ ਅਪਰੂਵ ਹੋਈ ਹੈ ਜੀ PR, ਉਹਨਾਂ ਦਾ ਵੀਜ਼ਾ ਵੀ ਲੱਗ ਕੇ ਆ ਗਿਆ ਸੀਗਾ, ਸਾਰਾ ਕੁਝ ਹੋ ਗਿਆ ਸੀਗਾ, ਪਰ ਉਹਨਾਂ ਨੇ ਹਜੇ ਲੈਂਡਿੰਗ ਨਹੀਂ ਕੀਤੀ। ਸੋ ਉਹਨਾਂ ਕੋਲ ਟਰੈਵਲ ਰਿਸਟ੍ਰਿਕਸ਼ਨ ਦੀ ਐਗਜ਼ੈਂਪਸ਼ਨ ਹੈਗੀ ਹੈ। ਸੋ ਦੇ ਕੈਨ ਕਮ ਟੂ ਕੈਨੇਡਾ ਜੇ ਉਹਨਾਂ ਦਾ ਪ੍ਰੋਵਾਈਡਡ ਅਗੇਨ, ਜੇ ਉਹਨਾਂ ਨੂੰ ਉੱਥੋਂ ਫਲਾਈਟਸ ਵਗੈਰਾ ਮਿਲਦੀਆਂ ਨੇ ਤਾਂ ਉਹਨਾਂ ਦੀ ਟਰੈਵਲ ਐਗਜ਼ੈਂਪਸ਼ਨ ਹੈਗੀ ਹੈ। ਦੇ ਕੈਨ ਕਮ ਟੂ ਕੈਨੇਡਾ। ਜੇ ਕੋਈ ਟਰੈਵਲ ਨਹੀਂ ਕਰ ਸਕਦਾ, ਹੁਣ ਪ੍ਰੋਬਲਮ ਇਹ ਆ ਰਹੀ ਹੈਗੀ ਕਿ ਕਾਫੀ ਬੰਦਿਆਂ ਦੇ ਜਿਹੜੇ ਨੇ ਉਹਨਾਂ ਦੇ ਹੁਣ ਐਕਸਪਾਇਰ ਹੋ ਰਹੇ ਨੇ ਵੀਜ਼ੇ, ਕਿਸੇ ਦੇ 10-15 ਦਿਨਾਂ 'ਚ, ਮਹੀਨੇ 'ਚ, 2 ਮਹੀਨੇ 'ਚ, ਅਤੇ ਉਹ ਟਰੈਵਲ ਨਹੀਂ ਕਰ ਪਾਉਣਗੇ। ਉਹਨਾਂ ਕੋਲ ਗਵਰਨਮੈਂਟ ਨੇ ਇਹਨੂੰ ਕਾਫੀ ਸਿੰਪੈਥੈਟਿਕਲੀ ਦੇਖਣਗੇ। ਸੋ ਉਹਦਾ ਪ੍ਰੋਸੈਸ ਕੀ ਹੈਗਾ ਕਿ ਤੁਹਾਨੂੰ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨਾ ਪਏਗਾ। ਗਵਰਨਮੈਂਟ ਦਾ ਵੈਬ ਫਾਰਮ ਹੁੰਦਾ ਜੀ, ਉਹਦੇ ਥਰੂ ਤੁਸੀਂ ਆਪਣੇ ਲਾਇਰ ਜਾਂ ਕੰਸਲਟੈਂਟ ਦੇ ਥਰੂ ਤੁਸੀਂ ਗਵਰਨਮੈਂਟ ਨੂੰ ਇਨਫੋਰਮ ਕਰਨਾ ਕਿ ਤੁਸੀਂ ਟਰੈਵਲ ਨਹੀਂ ਕਰ ਪਾਓਗੇ। ਫਿਰ ਉਸ ਤੋਂ ਬਾਅਦ ਜਦੋਂ ਵੀ ਤੁਹਾਡੀ ਸਿਚੁਏਸ਼ਨ ਬੈਟਰ ਹੋ ਜਾਂਦੀ ਹੈ, ਜਦੋਂ ਤੁਸੀਂ ਟਰੈਵਲ ਕਰ ਸਕਦੇ ਹੋ, ਫਿਰ ਤੁਸੀਂ ਉਹਨਾਂ ਨੂੰ ਵਾਪਸ ਇਨਫੋਰਮ ਕਰਨਾ ਕਿ ਅਸੀਂ ਹੁਣ ਰੈਡੀ ਹੈਗੇ ਹਾਂ ਟਰੈਵਲ ਕਰਨ ਲਈ। ਸੋ ਇਹ ਆਪਣੇ ਕੋਲ ਆਪਸ਼ਨ ਹੈਗੀ ਹੈ। ਕਿਸੇ ਦਾ ਜੇ ਐਕਸਪਾਇਰ ਨਹੀਂ ਹੋਇਆ ਤਾਂ ਵੀ ਹੁਣ ਉਹ ਅਪਡੇਟ ਕਰ ਸਕਦੇ ਨੇ ਗਵਰਨਮੈਂਟ ਆਫ ਕੈਨੇਡਾ ਨੂੰ, ਇਮੀਗ੍ਰੇਸ਼ਨ ਨੂੰ, ਅਤੇ ਜੇ ਕਿਸੇ ਦਾ ਐਕਸਪਾਇਰ ਹੋ ਗਿਆ ਉਹ ਤਾਂ ਵੀ ਕਰ ਸਕਦੇ ਨੇ। ਦੂਜਾ ਆਪਣਾ ਕੀ ਸੀਗਾ ਇੱਥੇ ਜਿਹੜਾ ਇੱਥੇ ਕੰਟਰੀ ਆਊਟ ਵਾਲੀ ਗੱਲ? ਦੂਸਰਾ ਜਿਹੜਾ ਤੁਸੀਂ ਕਿਹਾ ਵੀ ਜਿਹੜੇ ਇੱਥੇ ਆਲਰੇਡੀ ਇਨ ਕੈਨੇਡਾ ਹੈਗੇ ਨੇ, ਉਹਨਾਂ ਕੋਲ ਹੁਣ ਗਵਰਨਮੈਂਟ ਚੇਂਜਸ ਕਰ ਰਹੀ ਹੈਗੀ। ਉਹ ਤੁਹਾਡੀ ਇੱਥੇ ਰਹਿ ਕੇ ਹੀ ਤੁਹਾਡੀ ਲੈਂਡਿੰਗ ਇੰਟਰਵਿਊ ਜਿਹੜੀ ਉਹ ਹੋ ਰਹੀ ਹੈਗੀ ਹੈ। ਸੋ ਉਹਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੈਗਾ। ਉਹਦੇ ਵਿੱਚ ਤੁਹਾਡੀ ਆਈਦਰ ਫੋਨ ਇੰਟਰਵਿਊ ਕਰਨਗੇ ਉਹ ਲੈਂਡਿੰਗ, ਜਾਂ ਈਮੇਲ ਦੇ ਥਰੂ ਤੁਹਾਨੂੰ ਕਨਫਰਮੇਸ਼ਨ ਭੇਜਣਗੇ। ਸੋ ਆਟੋਮੈਟਿਕਲੀ ਤੁਹਾਡਾ ਜਿਹੜਾ PR ਕਾਰਡ ਹੈਗਾ ਉਹ ਆ ਜਾਏਗਾ। ਸੋ ਤੁਹਾਨੂੰ ਟਰੈਵਲ ਕਰਨ ਦੀ ਲੋੜ ਨਹੀਂ ਹੈਗੀ, ਬਾਰਡਰ 'ਤੇ ਜਾਣ ਦੀ ਲੋੜ ਨਹੀਂ ਹੈਗੀ, ਜਿਹਨੂੰ ਅਸੀਂ ਫਲੈਗ ਪੋਲਿੰਗ ਕਹਿੰਦੇ ਹੈਗੇ, ਉਹਦੀ ਲੋੜ ਨਹੀਂ ਹੈਗੀ ਤੁਹਾਨੂੰ। ਸੋ ਤੁਸੀਂ ਇਮੀਗ੍ਰੇਸ਼ਨ ਨੂੰ ਇਨਫੋਰਮ ਕਰ ਦਿਓ ਜੇ ਤੁਹਾਡੀ ਹਜੇ ਤੱਕ ਨਹੀਂ ਹੋਈ ਲੈਂਡਿੰਗ, ਤਾਂ ਉਹ ਤੁਹਾਨੂੰ ਹੈਲਪ ਕਰਨਗੇ ਇਹਦੇ ਵਿੱਚ। ਅਤੇ ਢਿੱਲੋਂ ਸਾਹਿਬ, ਅਗਲਾ ਸਵਾਲ ਇਹ ਆ ਕਿ ਮੈਂ ਕਿਸੇ ਨੂੰ ਸਪੋਂਸਰ ਕੀਤਾ ਹੋਇਆ, ਹੁਣ ਇੰਡੀਆ ਤੋਂ ਹੀ ਫੋਰ ਐਗਜ਼ਾਮਪਲ ਮੈਂ ਕਿਸੇ ਨੂੰ ਸਪੋਂਸਰ ਕੀਤਾ, ਮੈਂ ਇੱਥੇ ਜੋਬ ਕਰਦਾ ਸੀ, COVID-19 ਕਰਕੇ ਮੇਰੀ ਜੋਬ ਚਲੀ ਗਈ, ਹੁਣ ਮੈਂ CERB 'ਤੇ ਜਾਂ EI 'ਤੇ ਹਾਂ, ਅਤੇ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਕਿ ਕੀ ਇਸ ਤਰੀਕੇ ਨਾਲ ਹੁਣ ਮੇਰਾ ਜਿਹੜਾ ਸਟੇਟਸ ਆ ਉਹਦੇ 'ਤੇ ਕੋਈ ਫਰਕ ਪਏਗਾ? ਅਤੇ ਨਾਲੇ ਇਮੀਗ੍ਰੇਸ਼ਨ ਪਰਪਸਿਸ ਦੇ ਲਈ ਜੇਕਰ COVID-19 ਕਰਕੇ ਮੈਂ EI ਜਾਂ CERB 'ਤੇ ਗਿਆ ਤਾਂ ਉਹ ਕਿਤੇ ਮੈਨੂੰ ਇਹ ਤਾਂ ਨਹੀਂ ਮੰਨਿਆ ਜਾਊ ਕਿ ਇਹ ਤਾਂ ਹੁਣ ਸੋਸ਼ਲ ਅਸਿਸਟੈਂਸ 'ਤੇ ਆ? ਉਹਦੇ ਨਾਲ ਫਿਰ ਉਹ ਜਿਹੜੀ ਸਾਰੀ ਪ੍ਰੋਸੈਸਿੰਗ ਆ ਉਹਦੇ 'ਤੇ ਕਿਹੋ ਜਿਹਾ ਫਰਕ ਪਏਗਾ? ਇਹ ਵੀ ਕਾਫੀ ਜ਼ਿਆਦਾ ਸਿਚੁਏਸ਼ਨ ਜਿਹੜੀ ਹੈਗੀ ਆਪਣੇ ਹੁਣ ਕਲਾਇੰਟਸ ਇਹਦੇ ਵਿੱਚ ਪੈ ਰਹੇ ਨੇ। ਇਹਦੇ 'ਚ ਗੁੱਡ ਨਿਊਜ਼ ਇਹ ਹੈਗੀ ਹੈ ਜੀ, ਜਿਹੜੀ CERB ਹੈਗੀ ਹੈ, ਇਹਨੂੰ ਗਵਰਨਮੈਂਟ ਸੋਸ਼ਲ ਅਸਿਸਟੈਂਸ ਨਹੀਂ ਮੰਨਦੀ।
ਸੋ ਇਹਦੇ ਕਰਕੇ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਦੀ ਫਾਈਲ ਕੋਈ ਚੱਲ ਰਹੀ ਆ, ਤੁਸੀਂ ਹੋ ਸਕਦਾ ਸਪਾਊਸ ਨੂੰ ਸਪਾਂਸਰ ਕੀਤਾ ਹੋਏ ਜਾਂ ਪੇਰੈਂਟਸ ਨੂੰ ਕਰ ਰਹੇ ਹੋ, ਜਿਹੜੀ CERB ਦੀ ਅਮਾਊਂਟ ਹੈਗੀ ਆ ਉਹ ਤੁਹਾਡੇ ਨੈਗੇਟਿਵਲੀ ਇੰਪੈਕਟ ਨਹੀਂ ਕਰੇਗੀ। ਸੋ ਢਿੱਲੋਂ ਸਾਹਿਬ, ਪੈਨਲਟੀਮੇਟ ਕੁਐਸਚਨ ਹੈ ਕਿ ਸਿਟੀਜ਼ਨਸ਼ਿਪ ਦੇ ਜੋ ਇੱਥੇ ਈਵੈਂਟਸ ਚੱਲ ਰਹੇ ਸੀਗੇ, ਕੀ ਉਹ ਹੁਣ ਹੋ ਰਹੇ ਨੇ, ਪੋਸਟਪੋਨ ਕਰ ਦਿੱਤੇ ਗਏ ਨੇ, ਹੋਣਗੇ ਨਹੀਂ ਹੋਣਗੇ, ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਹਾਂਜੀ ਪਰ ਸਭ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨਸ ਜਿਹੜੀਆਂ ਨੇ, ਉਹ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਉਹ ਤਾਂ ਦੇ ਆਰ ਐਕਸੈਪਟਿੰਗ ਇਟ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜੀ ਸਿਟੀਜ਼ਨਸ਼ਿਪ ਦੀ ਟੈਸਟ ਹੁੰਦੇ ਸੀਗੇ ਜਾਂ ਜਿਹੜੀ ਤੁਹਾਡੀ ਓਥ ਸੈਰੇਮਨੀ ਹੁੰਦੀ ਹੈ, ਉਹ ਸਾਰੇ ਇਸ ਟਾਈਮ ਕੈਂਸਲ ਨੇ। ਸੋ ਉਹਦੇ ਕੋਈ ਹਜੇ ਟਾਈਮ ਲਾਈਨ ਨਹੀਂ ਹੈਗੀ ਵੀ ਕਦੋਂ ਇਹ ਦੁਬਾਰਾ ਕਰਨਗੇ, ਪਰ ਉਹਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਡਿਪਾਰਟਮੈਂਟ ਹੈਗਾ ਜੀ, ਦੇ ਆਰ ਟਰਾਈਂਗ ਟੂ ਡੂ ਕਿ ਰਿਮੋਟਲੀ ਵੀ ਕੋਈ ਅਗਰ ਇੱਦਾਂ ਦਾ ਕੋਈ ਹੋ ਜਾਏ ਜਿਹਦੇ 'ਚ ਪੋਸੀਬਿਲਿਟੀ ਹੋਏ, ਸੋ ਉਹਦੇ 'ਚ ਕਾਫੀ ਦੇ ਆਰ ਵਰਕਿੰਗ ਔਨ ਇਟ। ਪਰ ਹਾਲ ਦੀ ਘੜੀ ਜਿਹੜੀ ਇਨ ਪਰਸਨ ਓਥ ਸੈਰੇਮਨੀ ਸੀਗੀਆਂ ਜਾਂ ਟੈਸਟ ਸੀਗੇ, ਉਹ ਹਜੇ ਕੈਂਸਲ ਨੇ। ਤੇ ਢਿੱਲੋਂ ਸਾਹਿਬ, ਜਿਹੜਾ ਆਖਰੀ ਸਵਾਲ ਆ ਉਹ ਇਹ ਹੈ ਜੀ ਕਿ ਮਿਸਾਲ ਦੇ ਤੌਰ 'ਤੇ ਕੋਈ ਇੱਥੋਂ ਕੈਨੇਡਾ ਤੋਂ ਗਿਆ ਆਪਣੇ ਹੋਮ ਕੰਟਰੀ ਜਾਂ ਕਿਤੇ ਵੀ ਬਾਹਰ ਗਿਆ, ਮੈਰਿਜ ਕਰਵਾਉਣ ਗਿਆ ਜਾਂ ਹੋਰ ਕਿਸੇ ਕੰਮ ਲਈ ਗਿਆ, ਉਹ ਇੱਥੇ PR ਸੀ ਜਾਂ ਉਹ ਮੇਬੀ ਇੱਥੇ ਸਿਟੀਜ਼ਨ ਸੀ ਜਾਂ ਉਹ ਇੱਥੇ ਸਟੂਡੈਂਟ ਸੀ, ਜਿਹੜਾ ਕਿ ਉਹ ਇੱਥੇ ਆ ਸਕਦਾ ਸੀ ਵਾਪਸ। ਹੁਣ ਉੱਥੇ ਜੇਕਰ ਉਹਨੇ ਵਿਆਹ ਕਰਵਾ ਲਿਆ ਜਾਂ ਉੱਥੋਂ ਉਹਦੀ ਸਪਾਊਸ ਆਲਰੇਡੀ ਉੱਥੇ ਸੀ ਜਿਹਦੇ ਕੋਲ ਇੱਥੇ ਦਾ ਵਰਕ ਪਰਮਿਟ ਆ ਜਾਂ ਸਟੱਡੀ ਪਰਮਿਟ ਆ, ਕੁਛ ਵੀ ਆ, ਉਹ ਦੋਨੋਂ ਵਾਪਸ ਕਿਸ ਤਰੀਕੇ ਨਾਲ ਆ ਸਕਦੇ ਨੇ? ਪਹਿਲੀ ਗੱਲ ਤਾਂ ਇਹ। ਅਤੇ ਦੂਸਰਾ ਜਿਹੜਾ ਸਵਾਲ ਇਹਦੇ ਨਾਲ ਹੀ ਮਿਲਦਾ ਜੁਲਦਾ ਇਹ ਆ ਕਿ ਕੈਨੇਡੀਅਨ ਸਿਟੀਜ਼ਨ ਕੋਈ ਉੱਥੇ ਫੋਰ ਐਗਜ਼ਾਮਪਲ ਫੀਮੇਲ ਬਾਹਰ ਗਏ ਨੇ, ਉਹ ਸਟਕ ਹੋ ਗਏ ਉੱਥੇ, ਬਟ ਸ਼ੀ ਵਾਜ਼ ਐਕਸਪੈਕਟਿੰਗ ਅ ਬੇਬੀ, ਹੁਣ ਉਹ ਉੱਥੇ ਉਹ ਡਿਲੀਵਰੀ ਹੋ ਗਈ, ਅਤੇ ਕੀ ਉਹ ਬੱਚਾ ਜਿਹੜਾ ਉਹ ਕੈਨੇਡੀਅਨ ਸਿਟੀਜ਼ਨ ਮੰਨਿਆ ਜਾਏਗਾ ਜਾਂ ਜਿੱਥੇ ਉਹਦਾ ਜਨਮ ਹੋਇਆ ਉਹ ਮੰਨਿਆ ਜਾਏਗਾ? ਇਹ ਥੋੜ੍ਹੇ ਜਿਹੇ ਇਹਦੇ 'ਤੇ ਵੀ ਥੋੜ੍ਹਾ ਜਿਹਾ ਸਪਸ਼ਟੀਕਰਨ ਦਿਓ। ਹਾਂਜੀ ਪੰਨੂ ਸਾਹਿਬ, ਜਿਹੜਾ ਕੋਈ ਵੀ ਜਿੱਦਾਂ ਕੋਈ PR ਹੈਗਾ, ਜਿਹੜਾ ਵਿਆਹ ਕਰਵਾਉਣ ਉੱਥੇ ਗਿਆ ਜਾਂ ਸਪਾਊਸ ਉਹਨਾਂ ਦੇ ਨਾਲ ਹੈਗਾ ਜਾਂ ਇਮੀਡੀਏਟ ਫੈਮਿਲੀ ਮੈਂਬਰ ਕੋਈ ਉੱਥੇ ਉਹਨਾਂ ਦੇ ਨਾਲ ਹੈਗਾ, ਸੋ ਉਹਨਾਂ ਲਈ ਟਰੈਵਲ ਐਗਜ਼ੈਂਪਸ਼ਨ ਹੈਗੀ ਹੈ। ਸੋ ਇਹਦੇ ਵਿੱਚ ਗਵਰਨਮੈਂਟ ਨੇ ਐਗਜ਼ੈਂਪਸ਼ਨ ਦਿੱਤੀ ਹੈਗੀ, ਜਿਹੜੇ ਤੁਹਾਡੇ ਇਮੀਡੀਏਟ ਫੈਮਿਲੀ ਮੈਂਬਰ ਨੇ ਉਹ ਤੁਹਾਡੇ ਨਾਲ ਵਾਪਸ ਆ ਸਕਦੇ ਨੇ ਕੈਨੇਡਾ। ਜਿਹੜਾ ਤੁਸੀਂ ਦੂਸਰਾ ਕਹਿ ਰਹੇ ਹੋ, ਜੇ ਕਿਸੇ ਦਾ ਬਰਥ ਉੱਥੇ ਬੇਬੀ ਹੋ ਜਾਂਦਾ ਹੈਗਾ, ਜੇ ਤਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਫਿਰ ਤੁਹਾਡਾ ਜਿਹੜਾ ਬੱਚਾ ਹੈਗਾ ਉਹ ਕੈਨੇਡੀਅਨ ਸਿਟੀਜ਼ਨ ਹੈਗਾ, ਉਹਦੇ ਲਈ ਤੁਹਾਨੂੰ ਸਿਰਫ ਇੰਨਾ ਕਿ ਤੁਹਾਨੂੰ ਸਿਟੀਜ਼ਨਸ਼ਿਪ ਅਪਲਾਈ ਕਰਨੀ ਪਏਗੀ। ਸੋ ਕੋਈ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਹੈਗਾ, ਜੇ ਉਹਦਾ ਕੋਈ ਬੱਚਾ ਹੁੰਦਾ ਕਿਸੇ ਫੋਰਨ ਕੰਟਰੀ ਦੇ ਵਿੱਚ, ਡਜ਼ਨਟ ਮੈਟਰ ਕਿਹੜੀ ਕੰਟਰੀ ਦੇ ਵਿੱਚ ਹੁੰਦਾ, ਉਹ ਬੱਚਾ ਬਾਏ ਡਿਫਾਲਟ ਜਿਹੜਾ ਹੈਗਾ ਉਹਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਦੀ ਹੈ, ਪਰ ਉਹਦੇ ਲਈ ਉਹਨੂੰ ਇੱਕ ਤਾਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਪਏਗੀ। ਸਿਟੀਜ਼ਨਸ਼ਿਪ ਅਪਲਾਈ ਕਰਨ ਤੋਂ ਬਾਅਦ ਫਿਰ ਉਹ ਆਪਣਾ ਕੈਨੇਡੀਅਨ ਪਾਸਪੋਰਟ ਉੱਥੋਂ ਅਪਲਾਈ ਕਰ ਸਕਦੇ ਨੇ, ਉਹ ਟਰੈਵਲ ਕਰ ਸਕਦੇ ਨੇ। ਜੇ ਕੋਈ ਪਰਮਾਨੈਂਟ ਰੈਜ਼ੀਡੈਂਟ ਹੈਗਾ ਜਿਹਦਾ ਬੇਬੀ ਉੱਥੇ ਹੋਇਆ ਹੈਗਾ, ਉਹਨੂੰ ਬੱਚੇ ਲਈ PR ਅਪਲਾਈ ਕਰਨੀ ਪਏਗੀ, ਪਰ ਕਿਉਂਕਿ ਬੱਚਾ ਜਿਹੜਾ ਇਮੀਡੀਏਟ ਫੈਮਿਲੀ ਮੈਂਬਰ ਹੈਗਾ, ਉਹ ਵਿਜ਼ਟਰ ਵੀਜ਼ਾ ਲਈ ਅਪਲਾਈ ਕਰ ਸਕਦਾ ਹੈਗਾ, ਉਹਨੂੰ ਆਪਣੀ ਸਿਚੁਏਸ਼ਨ ਜਿਹੜੀ ਹੈ ਗਵਰਨਮੈਂਟ ਆਫ ਇਮੀਗ੍ਰੇਸ਼ਨ ਨੂੰ ਦੱਸਣੀ ਪਏਗੀ ਅਤੇ ਉਹਨੂੰ ਵੀਜ਼ਾ ਮਿਲ ਸਕਦਾ ਹੈਗਾ। ਢਿੱਲੋਂ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਸਾਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਹੈ ਕਿ ਸਾਡੇ ਦਰਸ਼ਕਾਂ ਦੇ ਸਰੋਤਿਆਂ ਨੂੰ ਇਹ ਸਵਾਲਾਂ ਦੇ ਜਵਾਬ ਜਿਹੜੇ ਨੇ ਜ਼ਰੂਰ ਹੈਲਪਫੁਲ ਸਿੱਧ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਰੈਡ FM ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਸਰੋਤਿਆਂ ਦੇ ਰੂਬਰੂ ਆਉਣ ਲਈ। ਸੋ ਆਪਣੇ ਵੱਲੋਂ ਜਿੰਨਾ ਵੀ ਹੋਇਆ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈਗੀ ਹੈ। ਇੱਕ ਹੋਰ ਛੋਟਾ ਜਿਹਾ ਚੇਂਜ ਜਿਹੜਾ ਆ ਰਿਹਾ ਜੀ, ਮੈਂ ਦੱਸਣਾ ਚਾਹਾਂਗਾ ਕਿ ਇਮੀਗ੍ਰੇਸ਼ਨ ਦੀ ਫੀਸ ਜਿਹੜੀ ਹੈ ਉਹਦੇ ਵਿੱਚ ਇਨਕਰੀਜ਼ ਹੋ ਰਿਹਾ ਹੈਗਾ April 30 ਤੋਂ। ਸੋ ਉਹਦੇ ਵਿੱਚ ਜਿਹੜੀ ਲੈਂਡਿੰਗ ਫੀਸ ਹੈਗੀ ਹੈ ਔਰ ਜਿਹੜੀ ਸਪਾਂਸਰਸ਼ਿਪ ਫੀਸ ਹੈਗੀ ਹੈ ਉਹ ਇਨਕਰੀਜ਼ ਹੋ ਰਹੀ ਹੈਗੀ।